ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਧੰਨ ਵਾਹਿਗੁਰੂ ਸਾਹਿਬ ਜੀਓ। ਸਗਲ ਪੁਰਖ ਮਹਿ ਪੁਰਖ ਪ੍ਰਧਾਨ। ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਆਪਸ ਕਉ ਜੋ ਜਾਣੈ ਨੀਚਾ। ਸੋ ਗਣੀਐ ਸਭ ਤੇ ਊਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ। ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ। ਪੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟਿਤਾ। ਨਾਨਕ ਪਾਪ ਪੁੰਨ ਨਹੀਂ ਲੇਪਾ। ਸੁਖ ਦੁਖ ਜਨ ਸਮ ਦ੍ਰਿਸ਼ਟਿਤਾ। ਨਾਨਕ ਪਾਪ ਪੁੰਨ ਨਹੀਂ ਲੇਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਮੁਜੱਸਮਾ ਸਿਫਤੋ ਸਿਫਾਤ ਹਜ਼ੂਰੇ ਅਨਵਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਅਤੇ ਆਪਣੇ ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੁਆਰਾ ਸਿੱਧੇ ਪ੍ਰਸਾਰਨ ਦੇ ਰਾਹੀਂ ਸਤਿਗੁਰਾਂ ਦੀ ਪਵਿੱਤਰ ਬਾਣੀ ਆਸਾ ਦੀ ਵਾਰ ਦਾ ਕੀਰਤਨ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਆਪ ਜੀ ਸਰਵਨ ਕਰ ਰਹੇ ਸੀ। ਸਤਿਗੁਰਾਂ ਦੀ ਮਹਾਨ ਕਿਰਪਾ ਦੇ ਸਦਕਾ ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਆਓ ਇਸ ਸਮੇਂ ਦਾ ਹੋਰ ਲਾਹਾ ਲਈਏ। ਸਤਿਗੁਰਾਂ ਦੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜੀਏ ਅਤੇ ਅੱਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਜ ਦੇ ਦਿਹਾੜੇ ਸੰਨ 1644 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਏ ਸਨ। ਸਤਿਗੁਰਾਂ ਦੇ ਮਹਾਨ ਜੀਵਨ ਇਤਿਹਾਸ ਵਿੱਚੋਂ ਵੀ ਕੁਝ ਪੰਨੇ ਆਪ ਸੰਗਤਾਂ ਦੇ ਨਾਲ ਸਾਂਝ ਪਾਉਣੀ ਹੈ। ਆਓ ਵਿਚਾਰਾਂ ਆਰੰਭਣ ਤੋਂ ਪਹਿਲਾਂ
ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਓ। ਰਸਨਾ ਪਵਿੱਤਰ ਕਰਦਿਆਂ ਸਾਰੇ ਹੀ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਵਿਚਾਰ ਅਧੀਨ ਪਾਵਨ ਸ਼ਬਦ ਜੋ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਤੀਸਰੀ ਅਸ਼ਟਪਦੀ ਦਾ 6ਵਾਂ ਪਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 266 ਦੇ ਉੱਪਰ ਸੁਭਾਏਮਾਨ ਹੈ। ਇਹਨਾਂ ਪਾਵਨ ਬਚਨਾਂ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸੰਸਾਰ ਦੇ ਅੰਦਰ ਬਹੁਤ ਜੀਵ ਹਨ। ਸੰਸਾਰ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਅਣਗਿਣਤ ਹੀ ਮਨੁੱਖ ਵਸ ਰਹੇ ਨੇ ਤੇ ਸਾਧ ਸੰਗਤ ਹਰ ਇੱਕ ਮਨੁੱਖ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਨੇ ਗੁਣ ਪੈਦਾ ਕੀਤੇ ਨੇ। ਹਰ ਇੱਕ ਮਨੁੱਖ ਨੂੰ ਅਕਾਲ ਪੁਰਖ ਪਰਮੇਸ਼ਰ ਨੇ ਸਮਝ ਸੂਝ ਸਿਆਣਪ ਬੁੱਧੀ ਦੀ ਬਖਸ਼ਿਸ਼ ਕੀਤੀ ਹੈ ਤੇ ਹਜ਼ੂਰ ਪਾਵਨ ਬਾਣੀ ਦੇ ਅੰਦਰ ਕਿਰਪਾ ਰਹਿਮਤ ਕਰਦੇ ਨੇ। ਸੰਸਾਰ ਦੇ ਅੰਦਰ ਜਿੰਨੇ ਵੀ ਜੀਵ ਪਰਮੇਸ਼ਰ ਨੇ ਪੈਦਾ ਕੀਤੇ ਨੇ ਅਕਾਲ ਪੁਰਖ ਪਰਮੇਸ਼ਰ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਲੈ ਕੇ, ਬਖਸ਼ਿਸ਼ ਕੀਤੀ ਹੋਈ ਸਮਝ ਸੂਝ ਲੈ ਕੇ ਹਰ ਇੱਕ ਮਨੁੱਖ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ। ਇਸ ਤੋਂ ਅੱਗੇ ਜਿਹੜੀ ਗੱਲ ਆਉਂਦੀ ਹੈ ਉੱਥੇ ਫਿਰ ਮਨੁੱਖਾਂ ਦੀਆਂ ਦੋ ਕੈਟਾਗਰੀਆਂ ਬਣਾ ਦਿੱਤੀਆਂ ਗਈਆਂ। ਇੱਕ ਨੂੰ ਆਪਾਂ ਗੁਰਮੁਖ ਕਹਿੰਦੇ ਆ ਤੇ ਦੂਸਰੀ ਜਿਹੜੀ ਕੈਟਾਗਰੀ ਹੈ ਉਹ ਮਨਮੁੱਖਾਂ ਦੀ ਹੈ। ਕਿਉਂਕਿ ਕੁਝ ਜੀਵ ਜਿਹੜੇ ਨੇ ਅਕਾਲ ਪੁਰਖ ਪਰਮੇਸ਼ਰ ਵੱਲੋਂ ਬਖਸ਼ੀ ਹੋਈ ਸਮਝ ਸੂਝ ਦੇ ਨਾਲ ਆਪਣੀ ਜ਼ਿੰਦਗੀ ਜਿਉਣ ਦੇ ਲਈ ਸੱਚ ਦੇ ਪਾਂਧੀ ਬਣੇ ਤੇ ਕਈਆਂ ਨੇ ਆਪਣੀ ਜ਼ਿੰਦਗੀ ਬਸਰ ਕਰਨ ਦੇ ਲਈ ਸੱਚ ਦਾ ਰਾਹ ਛੱਡ ਦਿੱਤਾ। ਉਹਨਾਂ ਨੇ ਝੂਠ ਦਾ ਰਸਤਾ ਅਖਤਿਆਰ ਕਰ ਲਿਆ। ਉਹਨਾਂ ਨੇ ਸੰਸਾਰ ਦੇ ਵਿੱਚ ਨੇਕੀ ਛੱਡ ਕੇ ਬਦੀ ਨੂੰ ਅਖਤਿਆਰ ਕਰ ਲਿਆ। ਤੇ ਆਪਾਂ ਰੋਜ਼ ਜਪ ਬਾਣੀ ਵਿੱਚ ਵੀ ਪੜ੍ਹਦੇ ਹਾਂ ਜਿੱਥੇ ਅਸੰਖਾਂ ਲੋਕ ਜਪ ਤਪ ਭਜਨ ਬੰਦਗੀ ਵਿੱਚ ਲੱਗੇ ਨੇ ਉੱਥੇ ਸੈਂਕੜੇ ਹੀ ਲੋਕ ਜਿਹੜੇ ਨੇ ਉਹ ਮੰਦੇ ਕਰਮਾਂ ਵਿੱਚ ਲੱਗੇ ਹੋਏ ਨੇ। ਇਹ ਅਕਾਲ ਪੁਰਖ ਪਰਮੇਸ਼ਰ ਵੱਲੋਂ ਰਚੇ ਹੋਏ ਸੰਸਾਰ ਦੀ ਇੱਕ ਤਸਵੀਰ ਹੈ। ਤੇ ਮਹਾਰਾਜ ਨੇ ਆਖਿਆ ਹਰੇਕ ਮਨੁੱਖ ਦੇ ਕੋਲ ਸਮਾਂ ਹੈ, ਚਾਂਸ ਹੈ ਕਿ ਆਪਣੇ ਆਪ ਨੂੰ ਉਹ ਸਵਾਰ ਲਵੇ, ਆਪਣੇ ਆਪ ਨੂੰ ਸੁਧਾਰ ਲਵੇ। ਤੇ ਇਹਦੇ ਲਈ ਗੁਰੂ ਸਾਹਿਬਾਨਾਂ ਨੇ ਬਹੁਤ ਉੱਚੀ ਸੁੱਚੀ ਨਿਆਰੀ ਜੀਵਨ ਜਾਚ ਜਿਹੜੀ ਹੈ ਉਹ ਵੀ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਤਾਂ ਕਿ ਅਸੀਂ ਜ਼ਿੰਦਗੀ ਦੇ ਇਸ ਸਫ਼ਰ ਨੂੰ ਤੈਅ ਕਰਦਿਆਂ ਆਪਣੀ ਮੰਜ਼ਿਲ ਮਕਸੂਦ ਤੱਕ ਪਹੁੰਚ ਸਕੀਏ ਅਤੇ ਸਾਡੀ ਗਿਣਤੀ ਜਿਹੜੀ ਹੈ ਗੁਰਮੁਖਾਂ ਦੇ ਵਿੱਚ ਹੋਵੇ, ਭਲੇ ਇਨਸਾਨਾਂ ਵਿੱਚ ਅਸੀਂ ਗਿਣੇ ਜਾਈਏ। ਇਹਦੇ ਵਾਸਤੇ ਸਮੁੱਚੀ ਬਾਣੀ ਸਾਡੀ ਅਗਵਾਈ ਕਰ ਰਹੀ ਹੈ। ਅੱਜ ਦੇ ਇਸ ਪਦੇ ਦੇ ਵਿੱਚ ਵੀ ਮਹਾਰਾਜ ਬਖਸ਼ਿਸ਼ ਕਰਦੇ ਨੇ ਸਗਲ ਪੁਰਖ ਮਹਿ ਪੁਰਖ ਪ੍ਰਧਾਨ। ਹੁਣ ਪ੍ਰਧਾਨ ਜਿਹੜਾ ਸ਼ਬਦ ਵਰਤਿਆ ਗਿਆ ਇੱਥੇ ਮਹਾਰਾਜ ਕਹਿੰਦੇ ਪ੍ਰਧਾਨ ਉਹ ਵਿਅਕਤੀ ਜਿਹੜਾ ਸਾਰੇ ਵਿਅਕਤੀਆਂ ਦੇ ਵਿੱਚੋਂ, ਪੁਰਖ ਕਹਿੰਦੇ ਨੇ ਇਨਸਾਨਾਂ ਦੀ ਗੱਲ ਹੈ, ਸਾਰੇ ਇਨਸਾਨਾਂ ਵਿੱਚੋਂ ਜਿਹੜਾ ਬਹੁਤ ਸਨਮਾਨਯੋਗ ਹੈ, ਸਤਿਕਾਰਯੋਗ ਹੈ, ਜਿਹੜਾ ਪ੍ਰਵਾਨ ਹੈ,
ਉਹਨੂੰ ਸਤਿਗੁਰੂ ਨੇ ਪ੍ਰਧਾਨ ਆਖਿਆ। ਤੇ ਮਹਾਰਾਜ ਕਹਿੰਦੇ ਪ੍ਰਧਾਨ ਹਰ ਕੋਈ ਬਣਨਾ ਲੋਚਦਾ ਹੈ, ਹਰ ਕੋਈ ਚਾਹੁੰਦਾ ਹੈ ਮੈਂ ਸਨਮਾਨ ਯੋਗ ਬਣਾ, ਹਰ ਕੋਈ ਚਾਹੁੰਦਾ ਮੇਰਾ ਸੰਸਾਰ ਦੇ ਵਿੱਚ ਸਨਮਾਨ ਹੋਵੇ, ਲੋਕ ਮੈਨੂੰ ਚੰਗਾ ਕਹਿਣ, ਲੋਕ ਮੇਰੀ ਅਗਵਾਈ ਕਬੂਲਣ, ਲੋਕ ਮੇਰੀ ਰਾਏ ਲੈਣ। ਤੇ ਮਹਾਰਾਜ ਕਹਿੰਦੇ ਜੇ ਕਿਸੇ ਮਨੁੱਖ ਨੇ ਇਹ ਸਨਮਾਨ ਪ੍ਰਾਪਤ ਕਰਨਾ ਹੈ ਤਾਂ ਉਹਦੇ ਵਾਸਤੇ ਇੱਕੋ ਹੀ ਵਸੀਲਾ ਹੈ, ਸਗਲ ਪੁਰਖ ਮੈਂ ਪੁਰਖ ਪ੍ਰਧਾਨ। ਕਹਿੰਦੇ ਸਾਰੇ ਇਨਸਾਨਾਂ ਦੇ ਵਿੱਚੋਂ ਉਹ ਇਨਸਾਨ ਬੜਾ ਸਨਮਾਨਯੋਗ, ਸਤਿਕਾਰਯੋਗ ਤੇ ਪ੍ਰਵਾਨਿਆ ਹੋਇਆ ਹੈ, ਉਸ ਨੂੰ ਅਸੀਂ ਬਹੁਤ ਚੰਗਾ ਕਹਿੰਦੇ ਹਾਂ। ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਕਹਿੰਦੇ ਭਾਈ ਜਿਨਨੇ ਸਾਧ ਸੰਗਤ ਵਿੱਚ ਜੁੜ ਕੇ ਆਪਣੇ ਅਭਿਮਾਨ ਨੂੰ ਖਤਮ ਕਰ ਲਿਆ, ਆਪਣੇ ਅੰਦਰੋਂ ਮਾਣ ਤੇ ਹੰਕਾਰ ਕੱਢ ਦਿੱਤਾ, ਆਪਣੇ ਅੰਦਰ ਕਿਸੇ ਤਰ੍ਹਾਂ ਦਾ ਅਭਿਮਾਨ ਨਹੀਂ ਰੱਖਿਆ, ਸੰਗਤ ਵਿੱਚ ਜੁੜ ਕੇ ਜਿਹਦੇ ਜ਼ਿੰਦਗੀ ਵਿੱਚ ਨਿਮਰਤਾ ਆ ਗਈ, ਉਸ ਨੂੰ ਸਤਿਗੁਰੂ ਕਹਿੰਦੇ ਨੇ ਪ੍ਰਧਾਨ, ਸਨਮਾਨਯੋਗ, ਪ੍ਰਵਾਨਿਆ ਹੋਇਆ, ਸਤਿਕਾਰਿਆ ਹੋਇਆ। ਤੇ ਸਾਧ ਸੰਗਤ ਵਿੱਚ ਆਉਣ ਲੱਗਿਆਂ ਕਦੇ ਵੀ ਕੁਝ ਬਣ ਕੇ ਨਹੀਂ ਆਉਣਾ ਚਾਹੀਦਾ। ਪਰ ਅਸੀਂ ਜਦੋਂ ਸੰਗਤ ਵਿੱਚ ਆਉਣੇ ਆ ਨਾ, ਆਪਣੇ ਰੁਤਬੇ, ਅਹੁਦੇ, ਆਪਣੇ ਸਟੇਟਸ ਜਿਹੜੇ ਨੇ ਨਾਲ ਹੀ ਚੱਕ ਕੇ ਲੈ ਕੇ ਆਉਣੇ ਆ। ਗੁਰੂ ਕੀ ਸੰਗਤ ਵਿੱਚ ਆ ਕੇ ਵੀ ਕਹਿੰਦੇ ਆ ਕਿ ਅਸੀਂ ਵਿਸ਼ੇਸ਼ ਹਾਂ, ਸਾਨੂੰ ਕੁਝ ਵੱਖਰਾ ਸਤਿਕਾਰ ਮਿਲਣਾ ਚਾਹੀਦਾ ਹੈ, ਵੱਖਰਾ। ਤੇ ਕਈ ਵਾਰ ਐਸੇ ਮਨੁੱਖ ਵੀ ਹੁੰਦੇ ਨੇ ਜਿਹੜੇ ਕਹਿੰਦੇ ਅਸੀਂ ਸੰਗਤ ਵਿੱਚ ਆ ਕੇ ਬੈਠੀਏ ਤੇ ਸਾਡੇ ਬੈਠਣ ਵਾਸਤੇ ਆਮ ਸੰਗਤ ਨਾਲੋਂ ਆਸਨ ਵੀ ਜਿਹੜਾ ਵੱਖਰਾ ਲੱਗਣਾ ਚਾਹੀਦਾ ਹੈ। ਕਈ ਮਨੁੱਖ ਜਿਹੜੇ ਨੇ ਗੁਰੂ ਦੇ ਵੀ ਸ਼ਰੀਕ ਬਣੇ ਹੋਏ ਨੇ। ਤੇ ਰਹਿਤ ਮਰਿਆਦਾ ਵਿੱਚ ਬਕਾਇਦਾ ਇਹ ਲਿਖਿਆ ਹੋਇਆ ਹੈ ਕਿ ਸੰਗਤ ਵਿੱਚ ਸਾਰੇ ਮਨੁੱਖ ਜਿਹੜੇ ਨੇ ਇੱਕ ਸਮਾਨ ਬਰਾਬਰ ਬੈਠਣ। ਕਿਸੇ ਵਿਸ਼ੇਸ਼ ਵਿਅਕਤੀ ਵਾਸਤੇ ਕੋਈ ਗਦੇਲਾ, ਗੱਦਾ ਆਦਿਕ ਲਾਉਣਾ ਬਿਲਕੁਲ ਮਨ ਮਤ ਹੈ। ਜਿਹੜਾ ਸੰਗਤ ਵਿੱਚ ਆ ਕੇ ਕੁਝ ਵੱਖਰਾ ਬਣ ਕੇ, ਕੁਝ ਵੱਡਾ ਬਣ ਕੇ ਬੈਠਣ ਦਾ ਯਤਨ ਕਰਦਾ ਏ, ਸੱਚ ਜਾਣਿਓ ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ। ਇੱਥੇ ਤੇ ਜਿਹੜਾ ਨਿਮਾਣਾ ਹੋ ਕੇ ਆਇਆ ਹੈ, ਨੀਵਾਂ ਹੋ ਕੇ ਆਇਆ ਹੈ ਨਾ, ਉਹਦੇ ਤੇ ਗੁਰੂ ਦੀ ਕਿਰਪਾ ਵਰਤਦੀ ਹੈ। ਇਸ ਕਰਕੇ ਜੇ ਮਹਾਰਾਜ ਕਹਿੰਦੇ ਤੁਸੀਂ ਚਾਹੁੰਦੇ ਹੋ ਪ੍ਰਵਾਨ ਹੋ ਜਾਓ ਤੇ ਸੰਗਤ ਵਿੱਚ ਆ ਕੇ ਆਪਣੀ ਹਉਮੈ ਤਿਆਗ ਦਿਓ, ਛੱਡ ਦਿਓ, ਨੀਵੇਂ ਹੋ ਕੇ ਬੈਠੋ। ਤੇ ਜਦੋਂ ਕਿਤੇ ਗੁਰੂ ਸਾਹਿਬ ਰਹਿਮਤ ਕਰਨ, ਆਪ ਗ੍ਰਹਿ ਵਿਖੇ ਚਰਨ ਪਾਉਣ, ਤੇ ਅਸੀਂ ਕਈ ਵਾਰ ਆਂਢ ਗੁਆਂਢ ਰਿਸ਼ਤੇਦਾਰੀ ਵਿੱਚ ਸੱਦਾ ਪੱਤਰ ਦੇਨੇ ਆ। ਪਹਿਲੀ ਗੱਲ ਤੇ ਸਾਡਾ ਜਿਹੜਾ ਤਰੀਕਾ ਹੈ ਨਾ ਉਹ ਬੜਾ ਗਲਤ ਹੈ। ਅਸੀਂ ਕੀ ਕਹਿੰਦੇ ਜੀ, ਅਸੀਂ ਘਰੇ ਅਖੰਡ ਪਾਠ ਸਾਹਿਬ ਰਖਵਾਇਆ ਏ, ਤੁਸੀਂ ਆ ਕੇ ਦਰਸ਼ਨ ਦੇਣੇ ਹਨ। ਅਸੀਂ ਆਮ ਐਵੇਂ ਕਹਿੰਦੇ ਆ ਕਿ ਤੁਸੀਂ ਆ ਕੇ ਦਰਸ਼ਨ ਦੇਣੇ ਨੇ। ਇਹ ਲਫ਼ਜ਼ ਜਿਹੜਾ ਸਾਨੂੰ ਹੁਣ ਬਦਲ ਲੈਣਾ ਚਾਹੀਦਾ ਹੈ। ਸਾਨੂੰ ਇਉਂ ਕਹਿਣਾ ਚਾਹੀਦਾ ਕਿ ਸਾਡੇ ਤੇ ਤਰਸ ਕੀਤਾ ਗੁਰੂ ਨੇ, ਗ੍ਰਹਿ ਵਿਖੇ ਚਰਨ ਪਾਏ ਨੇ, ਸਤਿਗੁਰੂ ਜੀ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਨੇ। ਭਾਈ ਤੁਸੀਂ ਵੀ ਆਇਓ ਤੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਿਓ। ਅਸੀਂ ਕਦੇ ਇਉਂ ਨਹੀਂ ਕਹਿੰਦੇ ਵੀ ਆ ਕੇ ਦਰਸ਼ਨ ਕਰਿਓ, ਅਸੀਂ ਕਹਿੰਦੇ ਤੁਸੀਂ ਆ ਕੇ ਦਰਸ਼ਨ ਦਿਓ। ਤੇ ਕਈ ਵਾਰਾਂ ਜਦੋਂ ਕੋਈ ਪ੍ਰੋਗਰਾਮ ਹੋਵੇ, ਅਸੀਂ ਕਹਿੰਦੇ ਹਾਂ ਕਿ ਸਾਡੇ ਇਲਾਕੇ ਦਾ MLA ਹੈ ਜਾਂ ਮੇਅਰ ਹੈ ਜਾਂ ਹੋਰ ਕੋਈ ਅਹੁਦੇਦਾਰ ਹੈ ਵੱਡਾ, ਅਸੀਂ ਉਹਨੂੰ ਵੀ ਬੁਲਾ ਲੈਂਦੇ ਹਾਂ। ਤੇ ਉਹ ਲੋਕ ਫਿਰ ਕੀ ਕਰਦੇ ਨੇ, ਪਹਿਲੀ ਗੱਲ ਤਾਂ ਜੋ ਟਾਈਮ ਦਿੱਤਾ ਹੋਇਆ ਸੀ ਉਸ ਟਾਈਮ ਤੇ ਉਹਨਾਂ ਪਹੁੰਚਣਾ ਨਹੀਂ। ਤੇ ਸਾਰੇ ਲੋਕ ਜਿਹੜੇ ਨੇ ਇੰਤਜ਼ਾਰ ਵਿੱਚ ਬੈਠੇ ਹੁੰਦੇ ਨੇ।
ਵੀ ਹੁਣ ਕੀਰਤਨ ਹੋ ਗਿਆ, ਸਮਾਪਤੀ ਹੋਣੀ, ਅਰਦਾਸ ਹੋਣੀ ਹੈ, ਪਰ ਆ ਕੇ ਰਾਗੀਆਂ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਜਾਂਦੀ ਕਿ ਅਜੇ MLA ਸਾਹਿਬ ਨਹੀਂ ਆਏ, ਇੱਕ ਸ਼ਬਦ ਹੋਰ ਪੜ੍ਹ ਦਿਓ। ਇੱਕ ਸ਼ਬਦ ਹੋਰ ਪੜ੍ਹਿਆ ਜਾਂਦਾ, ਕਹਿੰਦੇ ਅਜੇ ਵੀ ਨਹੀਂ ਆਏ, ਇੱਕ ਸ਼ਬਦ ਹੋਰ ਪੜ੍ਹ ਦਿਓ। ਇਸ ਤਰ੍ਹਾਂ ਚਲਦਿਆਂ ਚਲਦਿਆਂ ਘੰਟਿਆਂ ਬੱਧੀ ਉਹਨਾਂ ਲੋਕਾਂ ਨੂੰ ਉਡੀਕਿਆ ਜਾਂਦਾ ਏ। ਤੇ ਸੱਚ ਜਾਣਿਓ, ਉਹ ਲੋਕ ਫਿਰ ਦਰਸ਼ਨ ਕਰਨ ਨਹੀਂ ਆਉਂਦੇ, ਦਰਸ਼ਨ ਦੇਣ ਵਾਸਤੇ ਆਉਂਦੇ ਨੇ। ਦਰਸ਼ਨ ਦੇਣ ਹੀ ਆਉਂਦੇ ਨੇ, ਦਰਸ਼ਨ ਕਰਨ ਨਹੀਂ ਆਉਂਦੇ। ਤੇ ਅਸੀਂ ਉਹਨਾਂ ਲੋਕਾਂ ਦੀ ਖਾਤਰਦਾਰੀ ਵਿੱਚ ਲੱਗ ਕੇ ਗੁਰੂ ਦਾ ਅਦਬ ਸਤਿਕਾਰ ਵੀ ਭੁਲਾ ਦਿੰਦੇ ਹਾਂ। ਤੇ ਕਈ ਵਾਰੀ ਆਏ ਹੋਏ VIP ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਵਿੱਚ ਲੱਗ ਕੇ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਹੁਣ ਸਮਾਪਤੀ ਹੋ ਗਈ ਦੀਵਾਨ ਦੀ, ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਲੈ ਕੇ ਜਾਣੇ ਨੇ, ਤੇ ਅਸੀਂ ਨਾਲ ਚੱਲਣ ਵਾਸਤੇ ਵੀ ਤਿਆਰ ਨਹੀਂ ਹੁੰਦੇ। ਰਿਸ਼ਤੇਦਾਰਾਂ ਨੂੰ ਆਖਾਂਗੇ ਯਾਰ ਤੁਸੀਂ ਚਲੇ ਜਾਓ, ਮਹਾਰਾਜ ਦਾ ਸਰੂਪ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਹੈ। ਅਸੀਂ ਮਹਿਮਾਨਾਂ ਨੂੰ ਸੰਭਾਲ ਲਈਏ, ਕਿਤੇ ਇਹ ਨਾਰਾਜ਼ ਹੀ ਨਾ ਹੋ ਜਾਣ। ਸਾਡੀ ਸੋਚ ਇੱਥੋਂ ਤੱਕ ਸੰਭਵ ਹੈ। ਗੁਰੂ ਸਾਹਿਬ ਰਹਿਮਤ ਕਰਨ, ਅਸੀਂ ਇਸ ਗੱਲ ਨੂੰ ਸਮਝੀਏ ਕਿ ਜਿੰਨੇ ਵੀ ਇਨਸਾਨ ਨੇ ਇਹਨਾਂ ਕੋਲ ਰੁਤਬੇ ਨੇ, ਅਹੁਦੇ ਨੇ, ਚੰਦ ਦਿਨਾਂ ਦੀ ਖੇਡ ਹੈ, ਪਰ ਮੇਰਾ ਗੁਰੂ ਜਿਹੜਾ ਹੈ ਉਹ ਤੇ ਸੱਚਾ ਪਾਤਸ਼ਾਹ ਹੈ, ਸਦੀ ਵੀ ਕਾਇਮ ਰਹਿਣ ਵਾਲਾ ਹੈ। ਵੱਡਾ ਤੋ ਦਰਬਾਰ, ਸੱਚਾ ਤੋ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨੇ ਚਲ ਚੌਰ ਛੱਤ। ਅਸੀਂ ਉਸ ਮਹਾਨ ਸਤਿਗੁਰੂ ਦਾ ਅਦਬ ਸਤਿਕਾਰ ਭੁਲਾ ਕੇ ਇਨਸਾਨਾਂ ਦੇ ਮਗਰ ਭੱਜੇ ਫਿਰਦੇ ਹਾਂ। ਤੇ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਹੜਾ ਸਾਧ ਸੰਗਤ ਵਿੱਚ ਆ ਕੇ ਆਪਣਾ ਅਭਿਮਾਨ ਗਵਾ ਦੇਵੇ, ਨੀਵਾਂ ਹੋ ਕੇ ਨਿਵਾਣਾ ਬਣ ਜਾਏ, ਉਹ ਪ੍ਰਵਾਨ ਹੋ ਜਾਂਦਾ ਹੈ। ਉਹ ਸਾਰੇ ਪੁਰਖਾਂ ਵਿੱਚੋਂ ਸਨਮਾਨਯੋਗ ਹੈ। ਆਪਸ ਕਉ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਊਚਾ। ਹੁਣ ਨੀਚਾ ਤੋਂ ਭਾਵ ਇਹ ਨਹੀਂ ਕਿ ਕੋਈ ਨੀਚ ਕਰਮ ਕਰਕੇ ਨੀਚ ਬਣਨਾ ਹੈ। ਨੀਚ ਤੋਂ ਭਾਵ ਹੈ ਨੀਵਾਂ ਸਮਝਣਾ, ਆਪਣੇ ਆਪ ਨੂੰ, ਅੰਦਰੋਂ ਹਉਮੈ ਹੰਕਾਰ ਨੂੰ ਕੱਢ ਦੇਣਾ, ਆਖਣਾ ਮੇਰੇ ਨਾਲੋਂ ਤੇ ਸਾਰੇ ਉੱਚੇ ਨੇ, ਚੰਗੇ ਨੇ, ਵੱਡੇ ਨੇ, ਮੈਂ ਤੇ ਨਿਮਾਣਾ ਹਾਂ। ਤੇ ਬਾਣੀ ਦੇ ਵਿੱਚ ਫੈਸਲਾ ਵੀ ਦਿੱਤਾ ਕਬੀਰ ਸਾਹਿਬ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਆਪਣੇ ਆਪ ਨੂੰ ਨੀਵਾਂ ਸਮਝਣਾ, ਆਪਣੇ ਆਪ ਨੂੰ ਨਿਮਾਣਾ ਸਮਝਣਾ। ਕਹਿੰਦੇ ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ, ਭਾਵ ਜਿਸ ਨੇ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਕੱਢ ਦਿੱਤਾ, ਜਿਹਦੀ ਇਹ ਅਵਸਥਾ ਬਣ ਗਈ, ਫਰੀਦਾ ਥੀ ਹੋ ਪਵਾਹੀ ਦੱਬ, ਜੇ ਸਾਈਂ ਲੋੜੈ ਸਭ, ਇੱਕ ਛਿਜੈ ਵਿਆਹ ਲਤਾੜੀਏ, ਤਾਂ ਸਾਈਂ ਦੇ ਦਰ ਵਾੜੀਏ। ਕਹਿੰਦੇ ਦੱਬ ਜਿਹੜੀ ਹੈ ਨਾ, ਉਹਨੂੰ ਕੁੱਟ ਕੇ ਉਸ ਦੀ ਮੁੰਜ ਬਣਾ ਕੇ ਵਾਣ ਵੱਟਿਆ ਜਾਂਦਾ ਹੈ, ਪਰ ਦੱਬ ਜਿਹੜੀ ਹੈ ਮਾਲਕ ਦੇ ਘਰ ਓਨੀ ਦੇਰ ਪ੍ਰਵਾਨ ਨਹੀਂ ਹੁੰਦੀ ਜਿੰਨੀ ਦੇਰ ਬਿਲਕੁਲ ਬਰੀਕ ਤੇ ਮੁਲਾਇਮ ਨਾ ਹੋ ਜਾਏ। ਕਹਿੰਦੇ ਉਸ ਨੂੰ ਬਰੀਕ ਮੁਲਾਇਮ ਕਰਨ ਵਾਸਤੇ ਮਾਲਕ ਕੀ ਕਰਦਾ ਹੈ, ਵੱਢ ਕੇ ਰਾਹ ਦੇ ਵਿੱਚ ਪਤਲੀ ਪਤਲੀ ਖਿਲਾਰ ਦਿੰਦਾ, ਵਿਛਾ ਦਿੰਦਾ, ਤਾਂ ਕਿ ਉਹਦੇ ਉੱਪਰੋਂ ਲੋਕ ਲੰਘਣ, ਪਸ਼ੂ ਲੰਘਣ, ਗੱਡੇ ਲੰਘਣ, ਉਹ ਲਤਾੜੀ ਜਾਏ। ਪਸ਼ੂ ਮਨੁੱਖ ਜਾਨਵਰ ਉਹਨੂੰ ਲਤਾੜ ਦਿੰਦੇ ਨੇ, ਵਾਰ-ਵਾਰ ਉੱਪਰੋਂ ਲੰਘਦੇ ਨੇ, ਉਹ ਬਰੀਕ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਮਾਲਕ ਦੇ ਘਰ ਪ੍ਰਵਾਨ ਹੁੰਦੀ ਹੈ। ਤੇ ਬਾਬਾ ਫਰੀਦ ਸਾਹਿਬ ਨੇ ਇਹ ਦ੍ਰਿਸ਼ਟਾਂਤ ਸਾਡੇ ਵਾਸਤੇ ਦਿੱਤਾ ਹੈ। ਕਹਿੰਦੇ ਭਲਿਓ, ਜੇ ਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਹੈ ਤੇ ਇਉਂ ਨੀਵੇਂ ਹੋ ਕੇ ਆਇਓ, ਆਪਣੇ ਅੰਦਰੋਂ ਵਲ ਛਲ ਸਾਰੇ ਕੱਢ ਕੇ ਆਇਓ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਏ ਰਹਿਓ, ਨਿਕਸੋ ਕਿਉਂ ਕਹਿ ਜਾਏ। ਕਹਿੰਦੇ ਮਾਲਕ ਦੇ ਦਰ ਦਾ ਜ਼ਿਕਰ ਕਰਦਿਆਂ ਹੋਇਆ ਕਹਿੰਦੇ ਨੇ ਉਹ ਦਰ ਬੜਾ ਬਰੀਕ ਹੈ, ਰਾਈ ਦੇ ਦਾਣੇ ਦਾ ਵੀ 10ਵਾਂ ਹਿੱਸਾ ਜਾਣ ਲਓ, ਤੇ ਮਣਾ ਤੂੰ ਤੇ ਹਾਥੀ ਬਣਿਆ ਹੋਇਆ ਹੈ, ਕਹਿੰਦੇ ਕਿਵੇਂ ਉਹਦੇ ਵਿੱਚੋਂ ਲੰਘੇਗਾ।
ਕਿਵੇਂ ਲੰਘੇਗਾ? ਹਉਮੈ ਮਨ ਅਸਥੂਲ ਹੈ, ਹਉਮੈ ਕਰਕੇ ਮਨੁੱਖ ਹਾਥੀ ਬਣਿਆ ਹੋਇਆ ਹੈ, ਤੇ ਮੁਕਤ ਦੁਆਰਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਦੇ ਵੀ ਬਰਾਬਰ ਹੈ। ਕਹਿੰਦੇ ਲੰਘਣਾ ਬੜਾ ਔਖਾ ਏ, ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਕੱਢ, ਨਿਮਾਣਾ ਹੋ, ਨੀਵਾਂ ਹੋ, ਤੇ ਤਾਂ ਮਾਲਕ ਦੇ ਘਰ ਪ੍ਰਵਾਨ ਹੋਏਗਾ। ਕਹਿੰਦੇ ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ, ਸਮਝੋ ਸਭਨਾਂ ਤੋਂ ਉੱਚਾ ਹੈ। ਜਾ ਕਾ ਮਨ ਹੋਏ ਸਗਲ ਕਰੀਨਾ, ਹੁਣ ਰੀਨਾ ਤੋਂ ਭਾਵ ਰੇਨ। ਕਹਿੰਦੇ ਜਿਸ ਦਾ ਮਨ ਸਭਨਾਂ ਦੀ ਚਰਨ ਧੂੜ ਬਣ ਜਾਂਦਾ ਹੈ। ਹੁਣ ਧੂੜ ਜਿਹੜੀ ਹੈ ਨਾ, ਚਰਨ ਧੂੜੀ, ਇਹ ਵੀ ਇੱਕ ਨਿਮਰਤਾ ਦਾ ਪ੍ਰਤੀਕ ਹੈ। ਵਿਸ਼ੇ ਕਈ ਸਾਧ ਸੰਗਤ ਵਿੱਚ ਐਡ ਹੋ ਜਾਂਦੇ ਨੇ। ਚਰਨ ਧੂੜ ਬਣਨਾ ਜਾਂ ਬਣਾਉਣਾ ਜਾਂ ਪ੍ਰਾਪਤ ਕਰਨੀ, ਇਹ ਇੱਕ ਨਿਮਰਤਾ ਦੀ ਦਾਤ ਮੰਗੀ ਗਈ ਹੈ। ਇਹ ਨਹੀਂ ਕਿ ਵਿਖਾਵੇ ਮਾਤਰ ਕੋਈ ਬਾਹਰੋਂ ਧੂੜ ਚੁੱਕ ਚੁੱਕ ਕੇ ਅਸੀਂ ਮੱਥੇ ਨੂੰ ਲਾਈਏ। ਇਹਦਾ ਭਾਵ ਹੈ ਕਿ ਨਿਮਰਤਾ ਧਾਰਨ ਕਰ ਲੈਣੀ। ਕਹਿੰਦੇ ਜਿਹੜਾ ਮਨ ਕਰਕੇ ਆਪਣੇ ਆਪ ਨੂੰ ਸਭਨਾਂ ਦੀ ਚਰਨ ਧੂੜ ਸਮਝਦਾ ਹੈ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਕਹਿੰਦੇ ਉਹਨੇ ਹੀ ਸਭਨਾਂ ਦੇ ਵਿੱਚ ਵਸੇ ਹੋਏ ਪਰਮੇਸ਼ਰ ਨੂੰ ਜਾਣ ਲਿਆ। ਉਹਨੂੰ ਸਮਝ ਆ ਗਈ ਕਿ ਸਾਰਿਆਂ ਦੇ ਵਿੱਚ ਪਰਮੇਸ਼ਰ ਦਾ ਵਾਸਾ, ਨਾਮ ਦਾ ਵਾਸਾ ਏ। ਕਹਿੰਦੇ ਉਹੀ ਸਮਝੇਗਾ ਜਿਸ ਨੇ ਆਪਣੇ ਮਨ ਨੂੰ ਸਭਨਾਂ ਦੀ ਚਰਨ ਧੂੜ ਬਣਾ ਲਿਆ। ਤੇ ਜਿਹੜਾ ਹੰਕਾਰ ਵਿੱਚ ਭਰਿਆ ਹੋਇਆ, ਉਹਨੂੰ ਆਮ ਮਨੁੱਖਾਂ ਵਿੱਚ ਫਿਰ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ। ਹੰਕਾਰੀ ਮਨੁੱਖ ਤੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦਾ ਹੈ। ਉਹ ਕਹਿੰਦਾ ਮੈਂ ਹੀ ਰੱਬ ਹਾਂ, ਲੋਕ ਮੇਰੀ ਪੂਜਾ ਕਰਨ। ਤੇ ਐਸੇ ਲੋਕ ਸੰਸਾਰ ਵਿੱਚ ਬਹੁਤ ਹੋਏ, ਹੰਕਾਰ ਦੇ ਵਸ ਹੋ ਕੇ ਜਿਨ੍ਹਾਂ ਨੇ ਆਪਣੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ। ਪਰ ਪਰਮੇਸ਼ਰ ਦਾ ਜਿਹੜਾ ਬਿਰਧ ਹੈ ਨਾ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਉਧਰ ਪਿੱਠ ਕਰ ਲੈਂਦਾ ਹੈ। ਨਾਮਦੇਵ ਮੁਖ ਲਾਇਆ, ਉਹ ਨਿਮਾਣਿਆਂ ਨੂੰ ਭਗਤ ਨਾਮਦੇਵ ਵਰਗਿਆਂ ਨੂੰ ਗਲ ਦੇ ਨਾਲ ਲਾਉਂਦਾ। ਹੰਕਾਰੀਆਂ ਵੱਲ ਪਰਮੇਸ਼ਰ ਪਿੱਠ ਕਰ ਲੈਂਦਾ ਏ। ਇਹ ਪਰਮੇਸ਼ਰ ਦਾ ਬਿਰਧ ਹੈ, ਸੁਭਾਅ ਹੈ। ਤੇ ਸਾਧ ਸੰਗਤ, ਅੱਜ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਹਾੜਾ ਹੈ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਤਿਗੁਰਾਂ ਦਾ ਪ੍ਰਕਾਸ਼ ਵਡਾਲੀ ਦੇ ਵਿੱਚ ਹੋਇਆ। ਤੇ ਜਦੋਂ ਵਡਾਲੀ ਦੇ ਵਿੱਚ ਸਨ 1595 ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਨਾ, ਉਸ ਵੇਲੇ ਵਡਾਲੀ ਨਗਰ ਨੂੰ ਇੰਨੇ ਭਾਗ ਲੱਗੇ ਕਿ ਉਹ ਵਡਾਲੀ ਆਮ ਨਹੀਂ ਰਹਿ ਗਈ, ਉਹ ਗੁਰੂ ਕੀ ਵਡਾਲੀ ਬਣ ਗਈ। ਗੁਰੂ ਕੀ, ਜਿਸ ਵੇਲੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤੇ ਖੁਸ਼ੀ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉੱਥੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਵਾਸਤੇ 6 ਹਰਟਾਂ ਵਾਲਾ ਇੱਕ ਖੂਹ ਲਗਵਾਇਆ। ਉਸ ਖੂਹ ਤੇ ਅੱਜ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਯਾਦ ਵਿੱਚ ਸੁਸ਼ੋਭਿਤ ਹੈ। ਤੇ ਉਸ ਨਗਰ ਦਾ ਨਾਮ ਵੀ ਸ਼ਹਿਰਟਾ ਸਾਹਿਬ ਰੱਖਿਆ ਗਿਆ। ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਸਨ। ਤੇ ਉਹਨਾਂ ਨੇ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਨ ਦੇ ਲਈ 3 ਵੇਰਾਂ ਹਮਲੇ ਕਰਵਾਏ। ਪਰ ਗੁਰੂ ਸਾਹਿਬ ਜੀ ਦਾ ਵਾਲ ਵੀ ਵਿੰਗਾ ਨਾ ਕਰ ਸਕਿਆ। ਬਚਪਨ ਦੇ ਵਿੱਚ ਸ਼ੀਤਲਾ ਜਿਹੜੀ ਚੇਚਕ ਹੈ, ਉਹਦਾ ਅਸਰ ਵੀ ਹੋਇਆ। ਪਰ ਅਕਾਲ ਪੁਰਖ ਨੇ ਆਪ ਰਾਖੀ ਕੀਤੀ। ਸ਼ੀਤਲਾ ਤੇ ਰੱਖਿਆ ਬਿਹਾਰੀ, ਵਾਹਿਗੁਰੂ ਨੇ ਆਪ ਰਾਖੀ ਕੀਤੀ। ਹਰਗੋਬਿੰਦ ਨਵਾਂ ਨਰੋਆ। ਸਾਧ ਸੰਗਤ 11 ਸਾਲ ਦੀ ਆਯੂ ਤੱਕ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਰੀ ਸ਼ਸਤਰ ਵਿਦਿਆ ਜਿਹੜੀ ਹੈ ਉਹ ਹਾਸਲ ਕੀਤੀ। ਘੋੜ ਸਵਾਰੀ ਸਿੱਖੀ। ਇਸ ਵੇਲੇ 11 ਕੁ ਸਾਲ ਦੀ ਉਮਰ ਹੋਈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੋ ਜਾਂਦੀ ਹੈ। ਤੇ ਸਾਧ ਸੰਗਤ ਇੱਕ ਗੱਲ ਦਾ ਧਿਆਨ ਰੱਖਿਓ, ਜਹਾਂਗੀਰ ਬਾਦਸ਼ਾਹ ਬਹੁਤ ਜ਼ਿਆਦਾ ਕੱਟੜ ਸੀ ਤੇ ਉਹਨੇ ਹੁਕਮ ਕੀਤਾ। 3 ਉਹਨੇ ਫੈਸਲੇ ਸੁਣਾਏ ਸੀ। ਪਹਿਲਾ ਫੈਸਲਾ
ਕਿ ਗੁਰੂ ਅਰਜਨ ਸਾਹਿਬ ਜੀ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ। ਦੂਜਾ ਫੈਸਲਾ ਉਹਨੇ ਸੁਣਾਇਆ ਸੀ ਕਿ ਗੁਰੂ ਅਰਜਨ ਸਾਹਿਬ ਜੀ ਦਾ ਸਾਰਾ ਪਰਿਵਾਰ ਜਿਹੜਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਏ। ਤੇ ਤੀਜਾ ਫੈਸਲਾ ਉਹਨੇ ਇਹ ਸੁਣਾਇਆ ਸੀ ਕਿ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਜੋ ਕੁਝ ਵੀ ਹੈ, ਜ਼ਮੀਨ ਜਾਇਦਾਦ ਮਾਇਆ ਜੋ ਕੁਝ ਵੀ ਹੈ, ਉਹ ਵੀ ਸਾਰਾ ਕੁਝ ਜ਼ਬਤ ਕਰ ਲਿਆ ਜਾਏ। ਇਹ ਤਿੰਨ ਹੁਕਮ ਉਹਨੇ ਸੁਣਾਏ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੋ ਜਾਂਦੀ ਹੈ। ਉਸ ਤੋਂ ਬਾਅਦ ਇਸ ਹਕੂਮਤ ਦੇ ਹੱਥ ਗੁਰੂ ਘਰ ਵੱਲ ਵਧਦੇ ਉਸ ਤੋਂ ਪਹਿਲਾਂ ਹੀ ਛੇਵੇਂ ਪਾਤਸ਼ਾਹ ਨੇ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਲਈਆਂ। ਚੜ੍ਹਦੀ ਕਲਾ ਵਾਲੇ ਸਿੱਖਾਂ ਨੂੰ ਇਕੱਠੇ ਕਰਕੇ ਇੱਕ ਫੌਜ ਸੱਚੇ ਪਾਤਸ਼ਾਹ ਨੇ ਤਿਆਰ ਕਰ ਲਈ। ਇਸ ਫੌਜ ਨੂੰ ਦਿਸ਼ਾ ਨਿਰਦੇਸ਼ ਦੇਣ ਵਾਸਤੇ, ਫੌਜ ਦੀ ਅਗਵਾਈ ਵਾਸਤੇ ਜਰਨੈਲ ਥਾਪੇ ਗਏ। ਤੇ ਸਤਿਗੁਰੂ ਪਾਤਸ਼ਾਹ ਰੋਜ਼ ਹੁਣ ਦਰਬਾਰ ਲਾਇਆ ਕਰਦੇ ਨੇ ਤੇ ਸਤਿਗੁਰੂ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ। ਹੁਣ ਮਹਾਰਾਜ ਤਖਤ ਤੇ ਬਹਿੰਦੇ ਨੇ, ਸੀਸ ਤੇ ਕਲਗੀ ਸਜਾਉਂਦੇ ਨੇ ਤੇ 2 ਕਿਰਪਾਨਾਂ ਹਜ਼ੂਰ ਨੇ ਪਹਿਨੀਆਂ। ਪਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਥੋੜਾ ਜਿਹਾ ਸਹਿਮ ਵਾਲਾ, ਡਰ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਸੀ, ਉਸ ਡਰ ਵਾਲੇ ਮਾਹੌਲ ਨੂੰ ਖਤਮ ਕਰਨ ਵਾਸਤੇ, ਵੀਰ ਰਸ ਪੈਦਾ ਕਰਨ ਵਾਸਤੇ ਹਜ਼ੂਰ ਨੇ ਆਖਿਆ ਜਿੱਥੇ ਕੀਰਤਨ ਦੇ ਰਾਹੀਂ ਇੱਕ ਸ਼ਾਂਤ ਰਸ ਪੈਦਾ ਹੁੰਦਾ ਏ, ਉੱਥੇ ਕੀਰਤਨ ਦੇ ਨਾਲ ਨਾਲ ਢਾਡੀ ਵਾਰਾਂ ਜਿਹੜੀਆਂ ਨੇ ਉਹ ਵੀ ਗਾਇਨ ਕੀਤੀਆਂ ਜਾਣ। ਤੇ ਬਾਬਾ ਬਿਧੀ ਸਿੰਘ ਨੂੰ, ਬਾਬਾ ਬਿਧੀ ਚੰਦ ਜੀ ਨੂੰ ਭੇਜਿਆ ਕਿ ਜਾ ਕੇ ਤੁਸੀਂ ਢਾਡੀ ਲੈ ਕੇ ਆਓ। ਬਾਬਾ ਬਿਧੀ ਚੰਦ ਜੀ ਸੁਰ ਸਿੰਘ ਪਿੰਡ ਤੋਂ ਢਾਡੀ ਜਥੇ ਨੂੰ ਲੈ ਕੇ ਆਉਂਦੇ ਨੇ ਤੇ ਜਦੋਂ ਲੈਣ ਵਾਸਤੇ ਗਏ ਬੜੇ ਸਤਿਕਾਰ ਸਹਿਤ ਹਾਥੀ ਤੇ ਲੈ ਕੇ ਆਏ। ਜਦੋਂ ਹਾਥੀ ਲੈ ਕੇ ਗਏ ਤੇ ਭਾਈ ਨੱਥਾ ਤੇ ਅਬਦੁੱਲਾ, ਇਹ ਢਾਡੀ ਸਨ, ਇਹ ਹਾਥੀ ਤੇ ਡਰਦੇ ਨਾ ਚੜਨ। ਕਹਿੰਦੇ ਸਾਨੂੰ ਤੇ ਕੋਈ ਗੱਡੇ ਤੇ ਵੀ ਨਹੀਂ ਲੈਣ ਵਾਸਤੇ ਆਉਂਦਾ ਤੇ ਤੁਸੀਂ ਸਾਨੂੰ ਲੈਣ ਵਾਸਤੇ ਹਾਥੀ ਲੈ ਕੇ ਆਏ ਹੋ। ਆਖਿਆ ਮਹਾਰਾਜ ਨੇ ਆਪ ਭੇਜਿਆ ਹੈ, ਹਾਥੀ ਤੇ ਸਵਾਰ ਕਰਕੇ ਜਥੇ ਨੂੰ ਲੈ ਕੇ ਆਏ। ਇੰਨਾ ਜ਼ਿਆਦਾ ਸਤਿਕਾਰ ਕੀਤਾ। ਜਿਸ ਵੇਲੇ ਭਾਈ ਨੱਥਾ ਤੇ ਅਬਦੁੱਲਾ ਸਤਿਗੁਰਾਂ ਦੇ ਸਾਹਮਣੇ ਆਏ, ਨਤਮਸਤਕ ਹੋਏ, ਤਖਤ ਤੇ ਬੈਠੇ ਹਜ਼ੂਰ ਨੂੰ ਵੇਖਿਆ, ਸਾਰਾ ਨਕਸ਼ਾ ਵੇਖ ਕੇ ਨਾ ਮਹਾਰਾਜ ਦੇ ਦਰਬਾਰ ਦਾ ਇਹਨਾਂ ਨੇ ਉਸੇ ਮੌਕੇ ਤੇ ਇੱਕ ਵਾਰ ਜਿਹੜੀ ਹੈ ਉਹ ਤਿਆਰ ਕੀਤੀ, ਜਿਹਦਾ ਜ਼ਿਕਰ ਬਹੁਤ ਸਾਰੇ ਵਿਦਵਾਨਾਂ ਨੇ ਕੀਤਾ ਹੈ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਰਾਜ ਦੀ, ਇੱਕ ਅਜ਼ਮਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਹਿੰਮਤ ਵਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਆਖਿਆ ਮਹਾਰਾਜ ਸ਼ਾਨ ਤੇ ਤੁਹਾਡੀ ਹੈ, ਤੁਹਾਡੇ ਸਾਹਮਣੇ ਜਹਾਂਗੀਰ ਦਾ ਦਰਬਾਰ ਵੀ ਫਿੱਕਾ ਹੈ, ਤੁਹਾਡੇ ਦਰਬਾਰ ਦੀ ਇੰਨੀ ਜ਼ਿਆਦਾ ਚੜ੍ਹਤ ਹੈ, ਇੰਨੀ ਜ਼ਿਆਦਾ ਸ਼ੋਭਾ ਹੈ। ਤੇ ਸਾਧ ਸੰਗਤ ਉਸ ਵੇਲੇ ਮੁਗਲਾਂ ਕੋਲੋਂ ਸਤਿਗੁਰਾਂ ਦੇ ਦਰਬਾਰ ਦੀ ਸ਼ੋਭਾ ਜਰੀ ਨਾ ਗਈ। ਜਿਸ ਵੇਲੇ ਬੀਬੀ ਵੀਰੋ ਦਾ ਵਿਆਹ ਹੋਣਾ ਸੀ, ਉਸ ਵੇਲੇ ਮੁਖਲਿਸ ਖਾਨ ਨੇ ਅੰਮ੍ਰਿਤਸਰ ਤੇ ਹਮਲਾ ਕੀਤਾ। ਜਿਸ ਹਮਲੇ ਦੇ ਵਿੱਚ ਮੁਖਲਿਸ ਖਾਨ ਬਹੁਤ ਵੱਡੀ ਫੌਜ ਲੈ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੀਬੀ ਵੀਰੋ ਜੀ ਨੂੰ ਝਬਾਲ ਭੇਜ ਦਿੱਤਾ ਪਰਿਵਾਰ ਦੇ ਸਮੇਤ। ਤੇ ਉੱਥੇ ਹੀ ਆਨੰਦ ਕਾਰਜ ਹੋਏ। ਆਪ ਸਤਿਗੁਰੂ ਪਾਤਸ਼ਾਹ ਜੀ ਸਿੰਘਾਂ ਨੂੰ ਨਾਲ ਲੈ ਕੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਡਟ ਕੇ ਮੁਕਾਬਲਾ ਕੀਤਾ ਫੌਜਾਂ ਦਾ। ਮੁਖਲਿਸ ਖਾਂ ਮਾਰਿਆ ਗਿਆ, ਸਿੰਘਾਂ ਨੂੰ ਫਤਿਹ ਪ੍ਰਾਪਤ ਹੋ ਗਈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਪਠਾਣਾ ਦਾ ਪੁੱਤਰ, ਛੋਟਾ ਯਤੀਮ ਬੱਚਾ ਜਿਸ ਦਾ ਨਾਮ ਪੈਂਦੇ ਖਾਂ ਸੀ, ਉਹਨੂੰ ਹੱਥੀਂ ਪਾਲਿਆ ਸੀ। ਉਹਨੂੰ ਬੜਾ ਤਿਆਰ ਕੀਤਾ, ਬੜੀ ਵਿੱਦਿਆ ਦਿੱਤੀ ਉਹਨੂੰ ਸ਼ਸਤਰਾਂ ਦੀ। ਜਿਸ ਵੇਲੇ ਪਹਿਲੀ ਜੰਗ ਜਿੱਤ ਲਈ ਤੇ ਪੈਂਦੇ ਖਾਂ ਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਸ਼ਾਇਦ ਮੇਰੇ ਕਰਕੇ ਜੰਗ ਜਿੱਤੀ ਗਈ ਹੈ।
ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਪੈਂਦੇ ਖਾਂ ਨੂੰ ਇੱਕ ਘੋੜਾ ਦਿੱਤਾ, ਇੱਕ ਬਹੁਤ ਸੋਹਣੀ ਪੁਸ਼ਾਕ ਦਿੱਤੀ। ਤੇ ਪੈਂਦੇ ਖਾਂ ਦੀ ਜਦੋਂ ਧੀ ਦਾ ਵਿਆਹ ਹੋਇਆ, ਇਹਦਾ ਜਵਾਈ ਜਿਹੜਾ ਏ ਉਹਨੇ ਅੜੀ ਨਾਲ ਗੁਰੂ ਵੱਲੋਂ ਬਖਸ਼ੀਆਂ ਸਾਰੀਆਂ ਦਾਤਾਂ ਆਪ ਲੈ ਲਈਆਂ। ਸਿੰਘਾਂ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ। ਸਤਿਗੁਰੂ ਨੇ ਪੈਂਦੇ ਖਾਂ ਨੂੰ ਦਰਬਾਰ ਦੇ ਵਿੱਚ ਬੁਲਾਇਆ ਤੇ ਪੈਂਦੇ ਖਾਂ ਆਪਣੇ ਜਵਾਈ ਦੇ ਘਰਵਾਲੀ ਦੇ ਆਖੇ ਲੱਗ ਕੇ ਗੁਰੂ ਦਰਬਾਰ ਦੇ ਵਿੱਚ ਗੁਰੂ ਦਾ ਸਤਿਕਾਰ ਭੁੱਲ ਗਿਆ। ਆਖਿਆ ਫਿਰ ਕੀ ਹੋਇਆ ਜੇ ਤੁਹਾਡੀਆਂ ਦਿੱਤੀਆਂ ਚੀਜ਼ਾਂ ਮੈਂ ਆਪਣੇ ਜਵਾਈ ਨੂੰ ਦੇ ਦਿੱਤੀਆਂ ਨੇ। ਕਹਿੰਦੇ ਫਿਰ ਕਿਹੜਾ ਵੱਡੀ ਗੱਲ ਹੋ ਗਈ। ਤੇ ਨਾਲੇ ਕਹਿੰਦਾ ਸਤਿਗੁਰੂ ਆ ਤੁਹਾਡੇ ਸਿੱਖ ਜਿਹੜੇ ਨੇ ਨਾ, ਇਹਨਾਂ ਨੇ ਜੰਗ ਕਿੱਥੇ ਜਿੱਤਣੀ ਸੀ, ਜੰਗ ਤੇ ਮੇਰੇ ਕਰਕੇ ਜਿੱਤੀ ਗਈ ਹੈ। ਤੇ ਮਹਾਰਾਜ ਕਹਿਣ ਲੱਗੇ ਪੈਂਦੇ ਖਾਂ ਕੋਈ ਗੱਲ ਨਹੀਂ ਭਾਈ, ਅੱਜ ਤੋਂ ਬਾਅਦ ਤੂੰ ਆਜ਼ਾਦ ਹੈ, ਤੈਨੂੰ ਇੱਥੇ ਆਉਣ ਦੀ ਲੋੜ ਨਹੀਂ। ਗੁਰੂ ਸਾਹਿਬ ਕਿਰਪਾ ਕਰਨਗੇ, ਆਉਣ ਵਾਲੇ ਸਮੇਂ ਅੰਦਰ ਇਹ ਸਿੱਖ ਆਪ ਡਟ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਨਗੇ। ਤੋ ਪੈਂਦੇ ਖਾਂ ਦੁਸ਼ਮਣਾਂ ਦੇ ਨਾਲ ਰਲ ਗਿਆ, ਮੁਗਲਾਂ ਦੀ ਫੌਜ ਫਿਰ ਚੜਾ ਕੇ ਲੈ ਕੇ ਆਇਆ, ਜਲੰਧਰ ਦੇ ਨਵਾਬ ਨੂੰ ਨਾਲ ਲੈ ਕੇ ਆਇਆ, ਕਾਲੇ ਖਾਂ ਨੂੰ ਨਾਲ ਲੈ ਕੇ ਆਇਆ। ਕਹਿਣ ਲੱਗਾ ਜੀ ਮੈਂ ਸਾਰੇ ਦਾ ਪੇਚ ਜਾਣਦਾ, ਆਓ ਆਪਾਂ ਗੁਰੂ ਦਾ ਮੁਕਾਬਲਾ ਕਰੀਏ, ਆਪਾਂ ਗੁਰੂ ਸਾਹਿਬ ਨੂੰ ਹਰਾ ਦਿਆਂਗੇ। ਤੇ ਜੰਗ ਦੇ ਮੈਦਾਨ ਦੇ ਅੰਦਰ ਪੈਂਦੇ ਖਾਂ ਮਹਾਰਾਜ ਦੇ ਸਾਹਮਣੇ ਆ ਗਿਆ। ਮਹਾਰਾਜ ਕਹਿੰਦੇ ਪੈਂਦੇ ਖਾਂ ਨੂੰ ਤੂੰ ਚੜ੍ਹ ਕੇ ਆਇਆ ਹੈ, ਇਸ ਕਰਕੇ ਅਸੀਂ ਤੈਨੂੰ ਮੌਕਾ ਦੇਣੇ, ਤੂੰ ਵਾਰ ਕਰ। ਪੈਂਦੇ ਖਾਂ ਵਾਰ ਕਰਦਾ, ਵਾਰ ਖਾਲੀ ਚਲਿਆ ਜਾਂਦਾ। ਮਹਾਰਾਜ ਕਹਿੰਦੇ ਤੇਰਾ ਵਾਰ ਖਾਲੀ ਗਿਆ, ਤੈਨੂੰ ਇੱਕ ਮੌਕਾ ਹੋਰ ਦਿੱਤਾ। ਦੂਸਰਾ ਵਾਰ ਕਰਦਾ, ਦੂਸਰਾ ਵਾਰ ਵੀ ਖਾਲੀ ਚਲਿਆ ਜਾਂਦਾ। ਸਤਿਗੁਰੂ ਫਿਰ ਮੁਸਕਰਾਉਂਦੇ ਨੇ, ਕਹਿੰਦੇ ਪੈਂਦੇ ਖਾਂ ਤੈਨੂੰ ਅਸੀਂ ਬਹੁਤ ਵਧੀਆ ਢੰਗ ਨਾਲ ਟ੍ਰੇਨਡ ਕੀਤਾ ਸੀ, ਸ਼ਸਤਰਾਂ ਦੀ ਵਿੱਦਿਆ ਦਿੱਤੀ ਸੀ, ਪਰ ਲੱਗਦਾ ਤੂੰ ਸਾਰਾ ਕੁਝ ਭੁੱਲ ਗਿਆ। ਚੱਲ ਇੱਕ ਮੌਕਾ ਤੈਨੂੰ ਹੋਰ ਦੇ ਦਿੰਦੇ ਆ, ਤੂੰ ਸਾਡੇ ਤੇ ਵਾਰ ਕਰ। ਕਹਿੰਦੇ ਤੀਜਾ ਵਾਰ ਵੀ ਖਾਲੀ ਗਿਆ ਤੇ ਚੌਥਾ ਵਾਰ ਫਿਰ ਸੱਚੇ ਪਾਤਸ਼ਾਹ ਨੇ ਆਪ ਕੀਤਾ। ਕਹਿੰਦੇ ਪੈਂਦੇ ਖਾਂ ਪੁੱਤਰਾ, ਤਲਵਾਰ ਇਉਂ ਨਹੀਂ ਇਉਂ ਚਲਾਈ ਦੀ ਹੈ। ਸੱਚੇ ਪਾਤਸ਼ਾਹ ਨੇ ਇੱਕ ਵਾਰ ਕੀਤਾ ਤੇ ਪੈਂਦੇ ਖਾਂ ਦੇ ਸਰੀਰ ਦੇ 2 ਟੋਟੇ ਹੋ ਗਏ, ਘੋੜੇ ਤੋਂ ਥੱਲੇ ਡਿੱਗ ਪਿਆ। ਤੇ ਉੱਥੇ ਦਬਸਤਾਨੇ ਮਜ਼ਾਹਬ ਦਾ ਕਰਤਾ ਮੋਹਸਨ ਫਾਨੀ ਲਿਖਦਾ ਹੈ, ਕਹਿੰਦਾ ਇਉਂ ਜਾਪਦਾ ਸੀ ਜਿਵੇਂ ਸਤਿਗੁਰੂ ਜੀ ਉੱਥੇ ਕੋਈ ਵੀ ਦੁਸ਼ਮਣੀ ਵਾਲਾ ਵਤੀਰਾ ਨਹੀਂ ਰੱਖ ਰਹੇ, ਸਗੋਂ ਇੱਕ ਸਿਖਿਆਰਥੀ ਦੇ ਰੂਪ ਦੇ ਵਿੱਚ, ਇੱਕ ਵਿਦਿਆਰਥੀ ਸਮਝਦਿਆਂ ਹੋਇਆਂ ਪੈਂਦੇ ਖਾਂ ਨੂੰ ਜਿਵੇਂ ਸ਼ਸਤਰਾਂ ਦੀ ਵਿੱਦਿਆ ਦੇ ਰਹੇ ਹੋਣ, ਇਉਂ ਜਾਪਦਾ ਸੀ। ਤੇ ਜਦੋਂ ਪੈਂਦੇ ਖਾਂ ਥੱਲੇ ਡਿੱਗਾ ਜ਼ਮੀਨ ਤੇ ਕੁਰਲਾ ਰਿਹਾ ਹੈ, ਸਤਿਗੁਰੂ ਨੇ ਢਾਲ ਦੇ ਨਾਲ ਛਾਂ ਕੀਤੀ, ਮਸਤਕ ਤੇ ਆਖਿਆ ਪੈਂਦੇ ਖਾਂ ਅੱਲਾ ਨੂੰ ਯਾਦ ਕਰ, ਇਹ ਸਮਾਂ ਅੱਲਾ ਨੂੰ ਯਾਦ ਕਰਨ ਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਨੇ 4 ਜੰਗਾਂ ਲੜੀਆਂ ਤੇ ਜਿੱਤ ਪ੍ਰਾਪਤ ਕੀਤੀ। 4 ਜੰਗਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਗਿਲਟੀ ਤਾਪ ਜਦੋਂ ਕਸ਼ਮੀਰ ਦੀ ਧਰਤੀ ਤੇ ਵਾਪਰਿਆ, ਬਹੁਤ ਕਾਲ ਪੈ ਗਿਆ। ਸਤਿਗੁਰੂ ਪਾਤਸ਼ਾਹ ਉਹਨਾਂ ਥਾਵਾਂ ਤੇ ਜਾ ਕੇ ਲੋਕਾਂ ਦੀ ਦਵਾਈ ਦਾਰੂ ਨਾਲ ਸਹਾਇਤਾ ਕਰਦੇ ਰਹੇ, ਲੰਗਰ ਬਹੁਤ ਵੱਡੇ ਵੱਡੇ ਲਾਏ। ਕਸ਼ਮੀਰ ਦੀ ਧਰਤੀ ਤੇ ਮਾਤਾ ਭਾਗ ਭਰੀ ਦੀ ਅਰਦਾਸ ਸੁਣ ਕੇ ਸਤਿਗੁਰੂ ਪਾਤਸ਼ਾਹ ਦੇ ਘਰੇ ਚਰਨ ਪਾਉਂਦੇ ਨੇ, ਦਰਸ਼ਨ ਦਿੰਦੇ ਨੇ। ਤੇ ਮਾਤਾ ਭਾਗ ਭਰੀ ਵੱਲੋਂ ਤਿਆਰ ਕੀਤੇ ਹੋਏ ਬਸਤਰ ਵੀ ਸਤਿਗੁਰੂ ਪਹਿਨਦੇ ਨੇ। ਤੇ ਸਤਿਗੁਰੂ ਦਾ ਬਿਰਧ ਵੇਖੋ ਕੈਸਾ। ਮਹਾਰਾਜ ਮਾਲਵੇ ਦੀ ਧਰਤੀ ਤੇ ਆਪਣੇ ਸਾਂਢੂ ਭਾਈ ਸਾਈਂ ਦਾਸ ਕੋਲ ਡਰੋਲੀ ਵਿਖੇ ਠਹਿਰੇ ਹੋਏ ਨੇ। ਇਸ ਇਲਾਕੇ ਦੇ ਅੰਦਰ ਭਾਈ ਸਾਧੂ ਤੇ ਭਾਈ ਰੂਪਾ ਦੋਵੇਂ ਪਿਓ ਪੁੱਤ ਖੇਤਾਂ ਵਿੱਚ ਕੰਮ ਕਰ ਰਹੇ ਸਨ। ਘਰੋਂ ਜਦੋਂ ਆਏ ਤੇ ਪਾਣੀ ਦਾ ਘੜਾ ਭਰ ਕੇ ਲੈ ਕੇ ਆਏ। ਦੁਪਹਿਰ ਦਾ ਸਮਾਂ ਹੋ ਗਿਆ, ਬੜੀ ਪਿਆਸ ਲੱਗੀ, ਕਹਿੰਦੇ ਚਲੋ ਜਾ ਕੇ ਠੰਡਾ ਜਲ ਛਕੀਏ। ਜਦੋਂ ਘੜੇ ਵਿੱਚੋਂ ਜਲ ਛਕਣ ਲੱਗੇ ਨਾ, ਬਹੁਤ ਠੰਡਾ ਪਾਣੀ, ਤੇ ਮਨ ਵਿੱਚ ਫੁਰਨਾ ਬਣ ਗਿਆ। ਕਹਿੰਦੇ ਜੇ ਕਿਤੇ ਸਤਿਗੁਰੂ ਅੱਜ ਕਿਰਪਾ ਕਰਦੇ ਨਾ, ਕਿਤੇ ਸਾਡੇ ਕੋਲ ਆਉਂਦੇ, ਅਸੀਂ ਮਹਾਰਾਜ ਨੂੰ ਆਪਣੇ ਹੱਥੀਂ
ਆ ਠੰਡਾ ਜਲ ਛਕਾਉਂਦੇ ਸਤਿਗੁਰੂ ਨੇ ਬੜੇ ਪ੍ਰਸੰਨ ਹੋਣਾ ਸੀ, ਬੜੀਆਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਸਨ ਸਾਨੂੰ। ਤੇ ਸਾਧ ਸੰਗਤ ਅੰਤਰਜਾਮੀ ਸਤਿਗੁਰੂ ਜੀ ਦੁਪਹਿਰ ਦੇ ਸਮੇਂ ਘੋੜੇ ਤੇ ਕਾਠੀ ਪਵਾ ਕੇ ਪਲਾਂ ਦੇ ਵਿੱਚ ਹੀ ਭਾਈ ਸਾਧੂ ਤੇ ਰੂਪੇ ਦੇ ਕੋਲ ਪਹੁੰਚ ਗਏ, ਜਿਹੜੇ ਪਾਣੀ ਦਾ ਘੜਾ ਲੈ ਕੇ ਅੱਖਾਂ ਬੰਦ ਕਰਕੇ ਗੁਰੂ ਦਾ ਧਿਆਨ ਧਰ ਕੇ ਬੈਠੇ ਸਨ। ਤੇ ਮਹਾਰਾਜ ਕਹਿੰਦੇ, ਭਾਈ ਸਾਧੂ ਜੀ ਲਿਆਓ, ਸਾਨੂੰ ਠੰਡਾ ਜਲ ਛਕਾਓ। ਤੇ ਸਾਧ ਸੰਗਤ ਵੇਖੋ, ਗੁਰੂ ਦਾ ਬਿਰਦ, ਕੋਈ ਪਾਣੀ ਤੇ ਵੀ ਗੁਰੂ ਨੂੰ ਬੁਲਾਵੇ, ਸਤਿਗੁਰੂ ਦਾ ਜਲ ਵੀ ਛਕਣ ਜਾਂਦੇ ਨੇ। ਇਹ ਗੁਰੂ ਦਾ ਬਿਰਦ ਹੈ। ਗੁਰੂ ਨਿਮਾਣਿਆਂ ਨੂੰ ਮਾਣ ਦਿੰਦਾ ਏ, ਗੁਰੂ ਦਿਲ ਦੀ ਭਾਵਨਾ ਵੇਖਦਾ ਹੈ। ਇੱਥੇ ਇਹ ਨਹੀਂ ਕਿ ਕੋਈ ਬਹੁਤੀ ਵੱਡੀ ਭੇਟਾ ਹੋਵੇਗੀ ਤੇ ਤਾਂ ਗੁਰੂ ਪ੍ਰਵਾਨ ਕਰੇਗਾ। ਇੱਥੇ ਸਤਿਗੁਰੂ ਨੇ ਗਰੀਬ ਘਾਈ ਦਾ ਇੱਕ ਟਕਾ ਵੀ ਪ੍ਰਵਾਨ ਕਰ ਲਿਆ। ਇੱਥੇ ਮਾਤਾ ਸੁਲੱਖਣੀ ਜਿਹੜੀ ਚੱਬੇ ਦੀ ਨਿਵਾਸੀ ਸੀ, ਜਿਹਨੂੰ ਕਹਿ ਦਿੱਤਾ ਗਿਆ ਕਿ ਤੇਰੇ ਘਰ ਔਲਾਦ ਹੋ ਹੀ ਨਹੀਂ ਸਕਦੀ, ਤੇਰੇ ਭਾਗਾਂ ਵਿੱਚ ਹੀ ਨਹੀਂ ਹੈ, ਮਹਾਰਾਜ ਨੇ ਉਹਦੀਆਂ ਝੋਲੀਆਂ ਵੀ ਭਰੀਆਂ। ਮਹਾਨ ਸਤਿਗੁਰੂ ਪਾਤਸ਼ਾਹ ਨੇ ਬਹੁਤ ਵੱਡੇ ਪਰ ਉਪਕਾਰ ਕੀਤੇ। ਅੱਜ ਦੇ ਦਿਹਾੜੇ ਸਨ 1644 ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਸੱਚਖੰਡ ਪਿਆਨਾ ਕਰ ਗਏ ਸਨ। ਉਹਨਾਂ ਮਹਾਨ ਸਤਿਗੁਰਾਂ ਦੀਆਂ ਬਹੁਤ ਵੱਡੀਆਂ ਰਹਿਮਤਾਂ ਬਖਸ਼ਿਸ਼ਾਂ ਨੇ ਜੋ ਅੱਜ ਅਸੀਂ ਮਾਣ ਰਹੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਸਤਿਗੁਰਾਂ ਦੇ ਪਰਉਪਕਾਰਾਂ ਨੂੰ ਚੇਤੇ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਫਲਸਫੇ ਨੂੰ ਅਸੀਂ ਮਨਾਂ ਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਵਾਰਨਾ ਹੈ। ਮਹਾਰਾਜ ਅੱਜ ਦੇ ਸ਼ਬਦ ਵਿੱਚ ਵੀ ਕਹਿੰਦੇ ਨੇ, ਕਹਿੰਦੇ ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਏ ਉਹ ਸਾਰਿਆਂ ਤੋਂ ਉੱਚਾ ਹੈ। ਜਿਸ ਨੇ ਆਪਣੇ ਮਨ ਨੂੰ ਸਭਨਾਂ ਦੀ ਚਰਨ ਧੂੜ ਬਣਾਇਆ ਏ ਉਹ ਸਾਰਿਆਂ ਦੇ ਵਿੱਚ ਪਰਮੇਸ਼ਰ ਦੇ ਦਰਸ਼ਨ ਕਰ ਲੈਂਦਾ ਏ। ਮਨ ਆਪਣੇ ਤੇ ਬੁਰਾ ਮਿਟਾਨਾ, ਜਿਹਨੇ ਆਪਣੇ ਅੰਦਰੋਂ ਬੁਰਾਈ ਨੂੰ ਖਤਮ ਕਰ ਲਿਆ। ਵੇਖੈ ਸਗਲ ਸ੍ਰਿਸ਼ਟ ਸਾਜਨ, ਉਹਨੂੰ ਸਾਰੀ ਸ੍ਰਿਸ਼ਟੀ ਆਪਣੇ ਸੱਜਣ ਮਿੱਤਰ ਹੀ ਨਜ਼ਰ ਆਉਂਦੇ ਨੇ, ਕੋਈ ਓਪਰਾ ਨਜ਼ਰ ਨਹੀਂ ਆਉਂਦਾ। ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਨੇ ਆਪਣੇ ਅੰਦਰੋਂ ਈਰਖਾ ਵੈਰ ਵਿਰੋਧ ਨੂੰ ਖਤਮ ਕਰ ਲਿਆ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣਾਈ। ਤੋ ਉੱਥੇ ਫਿਰ ਭਾਵਨਾ ਕਿਹੋ ਜਿਹੀ ਬਣ ਜਾਂਦੀ ਹੈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਐਸੀ ਭਾਵਨਾ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਜਿਹੜਾ ਆਪਣੇ ਮਨ ਦੇ ਵਿੱਚੋਂ ਬੁਰਾਈ ਨੂੰ ਖਤਮ ਕਰ ਦਿੰਦਾ, ਈਰਖਾ ਨੂੰ ਖਤਮ ਕਰ ਦਿੰਦਾ ਹੈ, ਉਹਨੂੰ ਸਾਰੀ ਸ੍ਰਿਸ਼ਟੀ ਜਿਹੜੀ ਹੈ ਫਿਰ ਆਪਣੀ ਨਜ਼ਰ ਆਉਂਦੀ ਹੈ, ਕੋਈ ਬੇਗਾਨਾ ਨਹੀਂ ਹੈ। ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਜਿਸ ਮਨੁੱਖ ਨੇ ਪਰਮੇਸ਼ਰ ਦੇ ਹਰ ਇੱਕ ਹੁਕਮ ਨੂੰ ਸਤ ਸਤ ਕਰਕੇ ਮੰਨਿਆ, ਦੁੱਖ ਅਤੇ ਸੁੱਖ ਦੇ ਵਿੱਚ ਰਜ਼ਾ ਨੂੰ ਮੰਨਿਆ, ਭਾਣੇ ਨੂੰ ਮੰਨਿਆ, ਦੁੱਖ ਸੁੱਖ ਨੂੰ ਇੱਕ ਸਮਾਨ ਸਮਝ ਲਿਆ, ਨਾਨਕ ਪਾਪ ਪੁੰਨ ਨਹੀਂ ਲੇਪਾ। ਲੇਪਾ ਦਾ ਅਰਥ ਹੈ ਅਸਰ ਹੋਣਾ। ਕਹਿੰਦੇ ਕੋਈ ਵੀ ਪਾਪ ਪੁੰਨ ਦਾ ਫਿਰ ਉਹਦੇ ਤੇ ਅਸਰ ਨਹੀਂ ਹੋ ਸਕਦਾ, ਉਹ ਜੀਵਨ ਮੁਕਤ ਹੋ ਜਾਂਦਾ ਏ ਜਿਹੜਾ ਰੱਬੀ ਭਾਣੇ ਵਿੱਚ ਦੁੱਖ ਸੁੱਖ ਨੂੰ ਇੱਕ ਸਮਾਨ ਸਮਝ ਲੈਂਦਾ ਹੈ। ਸਤਿਗੁਰੂ ਰਹਿਮਤ ਕਰਨ। ਇਹ ਮਹਾਨ ਬਚਨ ਜੋ ਸਤਿਗੁਰਾਂ ਦੇ ਆਪਾਂ ਵਿਚਾਰੇ ਨੇ, ਇਹ ਮਹਾਨ ਬਚਨਾਂ ਦੇ ਵਿੱਚੋਂ ਇੱਕ ਕਿਣਕਾ ਮਾਤਰ ਵੀ ਸਾਡੀ ਜ਼ਿੰਦਗੀ ਵਿੱਚ ਵਸ ਜਾਏ ਤੇ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਇਹ ਅਵਸਥਾ ਬਣ ਜਾਏਗੀ। ਗੁਰੂ ਕੇ ਚਰਨਾਂ ਵਿੱਚ ਇਹੋ ਹੀ ਅਰਦਾਸ